कि ਜਿਹੜੀ ਨਿਤਨੇਮ ਦੀ ਅਸੀਂ ਬਾਣੀ ਹੈ ਕਿ ਉਹ ਕਵਿਤਾ ਹੈ ਕਿਸੇ ਕਵੀ ਤੋਂ ਲੈ ਕੇ ਅਸੀਂ ਕਰਦੇ ਪਏ ਆ। ਇਹ ਤਾਂ ਬਿਲਕੁਲ ਹੀ ਇੱਕ ਬੇਹੂਦਾ ਜੀ ਇੱਕ ਦਲੀਲ ਹੈਗੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੋਈ ਰਚਨਾ ਨਹੀਂ ਕੀਤੀ। ਐਸੀ ਦਲੀਲ ਦੇਣ ਵਾਲਾ ਬੰਦਾ ਇਸ ਤੋਂ ਸਾਫ਼ ਜ਼ਾਹਿਰ ਹੈ ਨਾ ਤਾਂ ਉਸਨੇ ਦਸਮ ਗ੍ਰੰਥ ਸਾਹਿਬ ਨੂੰ ਦੇਖਿਆ, ਨਾ ਉਸਨੇ ਪੜ੍ਹਿਆ, ਨਾ ਹੀ ਉਸਨੇ ਉਹਦੇ ਬਾਰੇ ਕੋਈ ਜਾਣਕਾਰੀ ਹੈਗੀ ਹੈ। ਖਤਰਾ ਉਦਣ ਆਏਗਾ, ਖਤਰਾ ਉਦਣ ਸਮਝਣਾ ਯਾਨੀ ਜੀ ਜਿਸ ਦਿਨ ਕਿਸੇ ਕਮਰੇ ਦੇ ਵਿੱਚ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਦਿੱਤਾ ਜਾਏ। ਇਹ ਅੰਗਰੇਜ਼ਾਂ ਦਾ ਥੋਪਿਆ ਹੋਇਆ ਗ੍ਰੰਥ ਹੈ, ਤਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ 1 to 1 ਵੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਗੁਰੂ ਪਿਆਰੀ ਸਾਧ ਸੰਗਤ, ਅਸੀਂ ਅੱਜ ਇੱਥੇ ਦਸਮ ਗ੍ਰੰਥ ਦੇ ਸੰਬੰਧ ਅੰਦਰ ਕੁਝ ਗੱਲਬਾਤ ਕਰਾਂਗੇ, ਜਿਹਦੇ ਲਈ ਹਰੇਕ ਸੱਜਣ ਦੀ ਕੋਈ ਨਾ ਕੋਈ ਆਪਣੀ ਰਾਏ ਬਣੀ ਹੋਈ ਹੈ। ਸੋ ਸਾਡੇ ਕੋਲ ਅੱਜ ਇਸ ਸੰਦਰਭ ਦੇ ਵਿੱਚ ਤੁਸੀਂ ਪਿਛਲੇ ਦਿਨੀ ਸੁਣਿਆ ਹੋਣਾ ਹੈ ਕਿ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜਿਨ੍ਹਾਂ ਨੇ ਤੇ ਉਹਨਾਂ ਦੀ ਤਰ੍ਹਾਂ ਹੋਰ ਵੀ ਬਹੁਤ ਸਾਰੇ ਪੰਥਕ ਵਿਦਵਾਨ ਜੋ ਉਸ ਐਂਗਲ ਤੋਂ, ਉਸ ਨਜ਼ਰੀਏ ਤੋਂ ਸੋਚਦੇ ਨੇ, ਸਾਡੇ ਨਾਲ ਗੁਰਚਰਨਜੀਤ ਸਿੰਘ ਲਾਂਬਾ ਸਾਬਕਾ ਸਿੱਖ ਸਿਪਾਹੀ ਦੇ ਐਡੀਟਰ ਰਹਿ ਚੁੱਕੇ ਨੇ ਮੈਗਜ਼ੀਨ ਦੇ। ਸੋ ਆਓ ਅਸੀਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਲਾਂਬਾ ਸਾਹਿਬ ਸਿੱਖ ਚਿੰਤਕ ਨੇ, ਕਾਫੀ ਡੂੰਘੀ ਸੋਚ ਰੱਖਦੇ ਨੇ, ਲਿਖਾਰੀ ਨੇ। ਸੋ ਆਓ ਉਹਨਾਂ ਦੇ ਪਾਸੋਂ ਜਾਣੀਏ ਇਹ ਸਾਰੀ ਗੱਲਬਾਤ ਦਾ ਮੁੱਢ ਕੀ ਹੈ, ਗੱਲ ਕਿੱਥੋਂ ਟੁਰਦੀ ਹੈ ਤੇ ਇਹਦਾ ਅਗਲਾ ਪੜਾਅ ਜਿਹੜਾ ਉਹ ਕਿੱਧਰ ਨੂੰ ਅੱਪੜਦਾ ਹੈ। ਆਓ ਸਾਧ ਸੰਗਤ ਪੁੱਛਦੇ ਹਾਂ ਲਾਂਬਾ ਜੀ ਕੋਲੋਂ। ਹਾਂਜੀ ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਫੀ ਸਾਲ ਸੰਤ ਸਿਪਾਹੀ ਦੇ ਨਾਲ ਜਦੋਂ ਅਸੀਂ ਸੰਤ ਸਿਪਾਹੀ ਦੇ ਐਡੀਟਰ ਦੇ ਤੌਰ ਦੇ ਉੱਤੇ ਜਦੋਂ ਵਿਚਰੇ ਹਾਂ ਅਤੇ ਤਕਰੀਬਨ ਹਰ ਪੰਥਕ ਮਸਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਔਰ ਸਿੱਖ ਰਹਿਤ ਮਰਿਆਦਾ ਦੇ ਨਜ਼ਰੀਏ ਤੋਂ ਹੀ ਵਾਚਣ ਦੀ ਕੋਸ਼ਿਸ਼ ਕੀਤੀ ਹੈ। ਔਰ ਉਹੀ ਹਰ ਸਿੱਖ ਦਾ ਨਜ਼ਰੀਆ ਹੋਣਾ ਚਾਹੀਦਾ ਹੈ ਜਿਹੜਾ ਸਾਨੂੰ ਹਰ ਸਿੱਖ ਨੂੰ ਇੱਕ ਪਲੇਟਫਾਰਮ ਦੇ ਉੱਤੇ ਲਿਆਉਣ ਵਾਸਤੇ ਇੱਕੋ ਇੱਕ ਜਿਹੜਾ ਸਥਾਨ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰੂਬਰੂ ਔਰ ਸ੍ਰੀ ਸਿੱਖ ਰਹਿਤ ਮਰਿਆਦਾ ਹੈ। ਸੋ ਉਸ ਦੇ ਬਾਰੇ ਗਿਆਨੀ ਜੀ ਆਪ ਜੋ ਵੀ ਜਾਣਨਾ ਚਾਹੁੰਦੇ ਹੋ ਜਾਂ ਜੋ ਵੀ ਆਪ ਜੀ ਹੁਕਮ ਕਰੋਗੇ ਉਹਦੇ ਬਾਰੇ ਦੱਸ ਆਪਣੇ ਵਿਚਾਰ ਜ਼ਰੂਰ ਆਪਣਾ ਸਾਂਝੇ ਕਰੇਗਾ। ਪਹਿਲਾ ਮੇਰਾ ਸਵਾਲ ਇਹ ਹੈ ਕਿ ਜੋ ਖਾਸ ਤੌਰ ਦੇ ਉੱਤੇ ਢਿੱਲੋਂ ਸਾਹਿਬ ਹੋਰਾਂ ਨੇ ਗੱਲ ਕੀਤੀ ਜਾਂ ਜੋ ਆਮ ਜਿਹੜੀ ਸੰਗਤ ਹੈ ਉਸ ਦਾ ਨਜ਼ਰੀਆ ਬਣਿਆ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੇ ਕੋਈ ਬਾਣੀ ਨਹੀਂ ਉਚਾਰਨ ਕੀਤੀ, ਇਸ ਸੰਦਰਭ 'ਚ ਤੁਸੀਂ ਕੀ ਕਹਿਣਾ ਚਾਹੁੰਦੇ? ਤੁਸੀਂ ਅਗਰ ਇਹ ਗੱਲ ਕੋਈ ਕਹਿ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਣੀ ਨਹੀਂ ਉਚਾਰੀ ਔਰ ਖ਼ਾਸ ਕਰਕੇ ਗਿਆਨੀ ਜੀ ਆਪ ਤਾਂ ਰੋਜ਼ ਉਸ ਬਾਣੀ ਦਾ ਪਾਠ ਕਰਦੇ ਹੋ, ਤਾਂ ਕੀ ਅਸੀਂ ਕਵਿਤਾ ਪੜ੍ਹਦੇ ਹਾਂ? ਕਿ ਜਿਹੜੀ ਨਿਤਨੇਮ ਦੀ ਅਸੀਂ ਬਾਣੀ ਹੈ ਕਿ ਉਹ ਕਵਿਤਾ ਹੈ ਕਿਸੇ ਕਵੀ ਤੋਂ ਲੈ ਕੇ ਅਸੀਂ ਕਰਦੇ ਪਏ ਹਾਂ? ਕਿ ਅੰਮ੍ਰਿਤ ਸੰਚਾਰ ਦੀ ਬਾਣੀ, ਕੀ ਸਾਡੀ ਅਰਦਾਸ, ਇਹ ਤਾਂ ਬਿਲਕੁਲ ਹੀ ਇੱਕ ਬੇਹੂਦਾ ਜੀ ਇੱਕ ਦਲੀਲ ਹੈਗੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੋਈ ਰਚਨਾ ਨਹੀਂ ਕੀਤੀ। ਐਸੀ ਦਲੀਲ ਦੇਣ ਵਾਲਾ ਬੰਦਾ ਇਸ ਤੋਂ ਸਾਫ਼ ਜ਼ਾਹਿਰ ਹੈ ਨਾ ਤਾਂ ਉਸਨੇ ਦਸਮ ਗ੍ਰੰਥ ਸਾਹਿਬ ਨੂੰ ਦੇਖਿਆ, ਨਾ ਉਸਨੇ ਪੜ੍ਹਿਆ, ਨਾ ਹੀ ਉਸਨੇ ਉਹਦੇ ਬਾਰੇ ਕੋਈ ਜਾਣਕਾਰੀ ਹੈਗੀ ਹੈ ਕਿ ਜਿਹੜਾ ਸ੍ਰੀ ਦਸਮ ਗ੍ਰੰਥ ਸਾਹਿਬ ਹੈ ਉਹ ਸਿੱਖ ਜੀਵਨ ਜਾਂਚ ਦਾ ਰੋਜ਼ਮर्रा ਦਾ ਇੱਕ ਅਹਿਮ ਅੰਗ ਹੈ। ਉਸ ਦੇ ਵਿੱਚੋਂ ਹਰਿਮੰਦਰ ਸਾਹਿਬ ਦੇ ਵਿੱਚ ਹੁਕਮਨਾਮਾ ਲੈਣ ਲੱਗਿਆਂ ਵੀ ਇਸੇ ਦੇ ਉੱਤੋਂ ਹੀ ਸਾਰਾ ਕੁਛ ਆਉਂਦਾ ਹੈ। ਸਾਰੀ ਸਿੱਖ ਪਰੰਪਰਾ, ਸਾਰਾ ਸਿੱਖ ਇਤਿਹਾਸ ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ, ਭਾਵੇਂ ਉਹ ਜਾਗਤ ਜੋਤ ਜਪੈ ਨਿਸਬਾਸਰ, ਇਹ ਸਾਰਾ ਦਸਮ ਗ੍ਰੰਥ ਸਾਹਿਬ ਦੀ ਹੀ ਦੇਣ ਹੈ। ਸਾਡਾ ਇਸ ਦੇ ਨਾਲ ਹੀ ਅਗਲਾ ਸਵਾਲ ਹੈ ਕਿ ਸਿੱਖ ਸਫਾ ਦੇ ਵਿੱਚ ਅੱਜ ਇਹ ਸਾਰੀ ਜਿਹੜੀ ਗੱਲਬਾਤ ਜਿਸ ਪੱਧਰ ਦੇ ਉੱਤੇ ਪਹੁੰਚ ਚੁੱਕੀ ਹੈ ਅਤੇ ਤੁਹਾਡਾ ਜਿਹੜਾ ਆਪਣਾ ਪੱਖ ਹੈ, ਤੁਸੀਂ ਇਸ ਸਾਰੀ ਗੱਲ ਨੂੰ ਕਿਵੇਂ ਜਸਟੀਫਾਈ ਕਰਦੇ ਹੋ ਕਿ ਕਿਹੜੇ ਵੇਲੇ ਬਚਿੱਤਰ ਨਾਟਕ ਦੇ ਰੂਪ ਦੇ ਵਿੱਚ ਜਾਂ ਦਸਮ ਬਾਣੀ ਦੇ ਰੂਪ ਦੇ ਵਿੱਚ ਇਹ ਸਾਰਾ ਕੁਝ ਸਾਹਮਣੇ ਆਇਆ? ਤੁਸੀਂ ਬਹੁਤ ਸਟੱਡੀ ਕੀਤੀ ਹੈ ਇਸ ਵਿਸ਼ੇ ਦੇ ਉੱਤੇ ਅਤੇ ਸਾਨੂੰ ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ। ਗਿਆਨੀ ਜੀ ਜਿਹੜਾ ਵੀ ਕੋਈ ਅਗਰ ਹੁੰਦਾ ਹੈ, ਕੋਈ ਵੀ ਗ੍ਰੰਥ ਹੁੰਦਾ ਹੈ, ਕੋਈ ਵੀ ਜਿਹੜੀ ਜੋ ਵੀ ਕੋਈ ਬਾਣੀ ਹੈ, ਕੋਈ ਰਚਨਹਾਰ ਹੈ, ਸ੍ਰੀ ਦਸਮ ਗ੍ਰੰਥ ਸਾਹਿਬ ਦੇ ਬਾਰੇ ਅਗਰ ਤੁਸੀਂ ਦੇਖੋਗੇ ਉਹਦੇ ਵਿੱਚ ਹਜ਼ੂਰ ਨੇ, ਸਤਿਗੁਰ ਸੱਚੇ ਪਾਤਸ਼ਾਹ ਨੇ ਤਰੀਕਾਂ ਦਿੱਤੀਆਂ, ਡੇਟ ਦਿੱਤੀਆਂ। ਉਹਦੇ 'ਚ ਡੇਟ ਹੈ ਸੰਮਤ 17 ਸਹਿਸ ਮਣਿਜੇ ਅਰ ਸਹਿਸ 29 ਕਹੀਜੇ ਭਾਦਰਵ ਸੁਦੀ
ਸਪਤਮੀ ਰਵਿਵਾਰਾ ਉਹ ਡੇਟਾਂ ਦਿੱਤੀਆਂ, ਕਿਹੜੀ ਜਗ੍ਹਾ ਤੇ ਲਿਖੀ ਹੈ, ਤੀਰ ਸੁਤਦਰਵ ਗ੍ਰੰਥ ਉਚਾਰਾ ਉਹ ਉਹਨਾਂ ਨੇ ਰਚੀ ਹੈ। ਗੁਰੂ ਦਸਮ ਗ੍ਰੰਥ ਸਾਹਿਬ ਦੀ ਰਚਨਾ ਜਦੋਂ ਸੰਪੂਰਨ ਕਰਦੇ ਆ ਤਾਂ ਵੀ ਉਹਦਾ ਜ਼ਿਕਰ ਕਰਦੇ ਆ। ਆਰੰਭਤਾ ਦੇ ਵਿੱਚ ਘੱਟੋ ਘੱਟ 10 ਜਗ੍ਹਾ ਦੇ ਉੱਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਤਰੀਕਾਂ ਦਿੱਤੀਆਂ ਹੋਈਆਂ, ਔਰ ਉਸ ਗ੍ਰੰਥ ਦੇ ਵਿੱਚ ਗੁਰੂ ਸਾਹਿਬ ਜਿਹੜੇ ਲਿਖ ਰਹੇ ਆ ਉਹਦੇ ਵਿੱਚ ਉੱਤਮ ਪੁਰਸ਼ ਜਿਹਨੂੰ ਸੰਸਕ੍ਰਿਤ ਜਿਹਨੂੰ ਵਿਆਕਰਣ ਵਿੱਚ ਕਿਹਾ ਜਾਂਦਾ ਹੈ, ਉਹ ਕਿਹਾ ਜਾਂਦਾ ਹੈ ਕਿ ਮੈਂ ਜਿਹੜਾ ਫਸਟ ਪਰਸਨ ਦੇ ਵਿੱਚ ਅਬ ਮੈਂ ਆਪਣੀ ਕਥਾ ਬਖਾਨੋ ਤਾਤ ਮਾਤ ਮੁਰ ਅਲਖ ਅਰਾਧਾ ਤਹੀ ਪ੍ਰਕਾਸ਼ ਹਮਾਰਾ ਭਇਓ। ਇਹ ਸਾਰੀਆਂ ਗੱਲਾਂ ਇਹ ਬਾਅਦ ਵਿੱਚ ਲਿਖਣ ਵਾਲਾ ਨਹੀਂ ਲਿਖ ਸਕਦਾ, ਉਸ ਵੇਲੇ ਤੇ ਉਹਨਾਂ ਤੋਂ ਪਹਿਲੇ ਨਹੀਂ ਲਿਖ ਸਕਦਾ। ਇਹਦਾ ਮਤਲਬ ਹੈਗਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਇਹਦੀ ਰਚਨਾ ਹੋਈ ਹੈ। ਔਰ ਸਭ ਤੋਂ ਵੱਡੀ ਗਵਾਹੀ ਇਸ ਦੀ ਜਿਹੜੀ ਹੈ ਉਹ ਕੇਸਰ ਸਿੰਘ ਛਿੱਬਰ ਜਿਹੜਾ ਗੁਰੂ ਸਾਹਿਬ ਦਾ ਸਮਕਾਲੀ ਹੈ, ਉਸਨੇ ਲਿਖਿਆ। ਕਹਿੰਦਾ ਕਿ ਜਦੋਂ ਅਸੀਂ ਦਰਬਾਰ ਵਿੱਚ ਗਏ ਤਾਂ ਉੱਥੇ ਦਸਮ ਬਾਣੀ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦੇ ਵੀ ਗ੍ਰੰਥ ਸੀ, ਤਾਂ ਉਸ ਵੇਲੇ ਹਜ਼ੂਰ ਨੂੰ ਕਿਹਾ ਗਿਆ ਕਿ ਤੁਸੀਂ ਇਹਨਾਂ ਦੋਨਾਂ ਨੂੰ ਮਿਲਾ ਦਿਓ, ਗੁਰੂ ਗ੍ਰੰਥ ਸਾਹਿਬ ਨੂੰ ਤਾਂ ਇਹਨੂੰ ਮਿਲਾ ਦੇਣਾ ਚਾਹੀਦਾ ਹੈ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਗੁਰੂ ਤਾਂ ਹੈ ਇਹ ਮੇਰੀ ਖੇਡ ਹੈ। ਇਹ ਉਹਨਾਂ ਨੇ ਕੇਸਰ ਸਿੰਘ ਛਿੱਬਰ ਜੋ ਸਮਕਾਲੀ ਹੈ ਉਹ ਲਿਖ ਰਹੇ ਆ। ਉਸ ਵੇਲੇ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਭਾਈ ਗੁਰੂ ਤਾਂ ਹੈ ਇਹ ਗੁਰੂ ਗ੍ਰੰਥ ਸਾਹਿਬ ਬਾਰੇ, ਇਹ ਮੇਰੀ ਖੇਡ ਹੈ। ਇਹਨੂੰ ਆਪਣੀ ਖੇਡ ਦੱਸਿਆ। ਕੇਸਰ ਸਿੰਘ ਛਿੱਬਰ ਕਹਿੰਦਾ ਮੈਨੂੰ ਸਮਝ ਆ ਗਈ ਕਿ ਪਿਓ ਤਾਂ ਇੱਕ ਹੁੰਦਾ, ਬਾਕੀ ਚਾਚੇ ਤਾਏ ਹੋਰ ਹੁੰਦੇ ਹੈ। ਸੋ ਇਹਦਾ ਰੁਤਬਾ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੁਦ ਹੀ ਸਪਸ਼ਟ ਕਰ ਦਿੱਤਾ। ਫਿਰ ਗੁਰੂ ਸਾਹਿਬ ਦਾ ਸਮਕਾਲੀ ਹੈ ਜਿਹੜਾ ਜਿਹਦਾ ਨਾਮ ਹੈਗਾ ਸੈਨਾਪਤੀ, ਉਹਨੇ ਉਹ ਬਾਣੀ ਸਾਰੀ ਦੀ ਸਾਰੀ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖੀ ਹੈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਦੇ ਬਾਰੇ, ਬਿਲਕੁਲ ਹੂ ਬਹੂ ਉਸੇ ਤਰ੍ਹਾਂ ਦੇ ਲਫ਼ਜ਼। ਫਿਰ ਕੰਕਣ ਕਵੀ ਨੇ ਉਹ ਲਫ਼ਜ਼ ਲਿਖੇ ਹੈ। ਫਿਰ ਬਾਅਦ ਜਿਤਨੇ ਰਹਿਤਨਾਮੇ ਹੈ, ਜਿਤਨੇ ਹੁਕਮਨਾਮੇ ਹੈ, ਉਹਨਾਂ ਸਾਰਿਆਂ ਦੇ ਵਿੱਚ ਉਹ ਬਾਣੀ ਦੁਹਰਾਈ ਗਈ ਹੈਗੀ ਹੈ। ਇਹਦਾ ਮਤਲਬ ਹੈਗਾ ਕਿ ਇਹ ਜਿਹੜੀ ਗੁਰੂ ਸਾਹਿਬ ਨੇ, ਔਰ ਸਭ ਤੋਂ ਵੱਡੀ ਗੱਲ ਗਿਆਨੀ ਜੀ ਮੈਂ ਖੁਦ ਦਰਸ਼ਨ ਕੀਤੇ ਹੈ, ਰਾਜਾ ਸਿੰਘ ਸੇਠੀ ਦਾ ਮਕਾਨ ਹੈ ਹਨੂੰਮਾਨ ਲੇਨ ਦੇ ਉੱਤੇ, ਉੱਥੇ ਉਹਨਾਂ ਦੇ ਕੋਲ ਭਾਈ ਮਨੀ ਸਿੰਘ ਜੀ ਵਾਲੀ ਬੀੜ ਹੈ। ਮੈਂ ਖੁਦ ਦਰਸ਼ਨ ਕੀਤੇ, ਮੈਨੂੰ ਸੁਭਾਗ ਪ੍ਰਾਪਤ ਹੋਇਆ। ਉਹਦੇ ਵਿੱਚ ਕ੍ਰਿਸ਼ਨਾ ਅਵਤਾਰ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੱਤਰੇ ਆਪਣੇ ਹੱਥ ਦੇ ਲਿਖੇ ਹੋਏ ਆ, ਉਹਨਾਂ ਦੇ ਦਸਤਖਤ ਹੈਗੇ ਉਹਦੇ ਉੱਤੇ। ਸੋ ਇਸ ਕਰਕੇ ਜੇ ਕੋਈ ਹੁਣ ਇਸ ਤੋਂ ਬਾਅਦ ਕੋਈ ਗੱਲ ਕਰਦਾ ਇਹਦਾ ਮਤਲਬ ਹੈ ਕੋਈ ਨਿਰੀ ਸ਼ਰਾਰਤ ਹੈ, ਉਸ ਤੋਂ ਬਾਅਦ ਕੁਛ ਨਹੀਂ ਹੈਗਾ। ਇੱਕ ਰਾਏ ਹੋਰ ਬੜੀ ਜ਼ਿਆਦਾ ਉੱਭਰ ਕੇ ਸਾਹਮਣੇ ਆ ਰਹੀ ਹੈ, ਤੁਹਾਡਾ ਮੰਨਣਾ ਹੈ, ਤੁਸੀਂ ਇਸ ਤਰ੍ਹਾਂ ਸੋਚਦੇ ਹੋ, ਤੁਹਾਡੇ ਆਪਣੇ ਲੌਜਿਕ ਨੇ ਕਿ ਜੋ ਗੁਰੂ ਸਾਹਿਬ ਨੇ ਲਿਖਿਆ ਤਰੀਕਾਂ, ਡੇਟ, ਪਲੇਸ, ਸਾਰਾ ਕੁਝ ਐਡ ਕੀਤਾ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਵੀ ਇਹ ਗੱਲ ਕਰਦੇ ਨੇ ਤੇ ਹੋਰ ਸਾਰੇ ਜਿਹੜੇ ਸਿੱਖ ਸਮਝਣ ਵਾਲੇ ਨੇ ਉਹ ਵੀ ਇਹ ਗੱਲ ਰੱਖਦੇ ਨੇ ਤੇ ਬੜੀ ਸੰਜੀਦਗੀ ਨਾਲ ਮੇਰੀ ਇਸ ਬੇਨਤੀ ਨੂੰ ਸਮਝਿਆ ਜੇ। ਉਹ ਕਹਿੰਦੇ ਨੇ ਕਿ ਜੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਬਾਣੀ ਤੋਂ ਬਾਅਦ ਜਿਹੜੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਦੀ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਦਰਜ ਕੀਤੀ। ਜਿਵੇਂ ਬਹੁਤ ਸਾਰੇ ਅਹਿਮ ਸਵਾਲ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਮਹਿਲਾ ਪਹਿਲਾ, ਮਹੱਲਾ ਦੂਜਾ, ਸਾਨੂੰ ਸਾਰੇ ਇੰਡੀਕੇਸ਼ਨ ਨੇ ਜਿਹੜੇ ਮਿਲ ਜਾਂਦੇ ਨੇ। ਸਾਡੀ ਸੰਗਤ ਇਹ ਜਾਣਨਾ ਚਾਹੁੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਬਾਣੀ ਦਸਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਕਿਉਂ ਨਾ ਦਰਜ ਕੀਤੀ, ਤੇ ਦੂਜਾ ਸਵਾਲ ਇਹ ਹੈ ਉਹਦੇ ਵਿੱਚ ਸਾਨੂੰ ਕਿਵੇਂ ਸਿੰਬੋਲਿਕ ਜਾਂ ਇਹ ਪ੍ਰਤੀਕ ਮਿਲਦਾ ਕਿ ਉਹ ਦਸਮ ਗੁਰੂ ਦੀ ਰਚਨਾ ਹੈ। ਦੇਖੋ ਜਿਹੜਾ ਤੇ ਸਵਾਲ ਇਹ ਕਰਨਾ ਕਿ ਗੁਰੂ ਸਾਹਿਬ ਨੇ ਇਹ ਕੀਤਾ ਕਿ ਇਹ ਨਹੀਂ ਕੀਤਾ ਤੇ ਇਹ ਕਰਨਾ ਚਾਹੀਦਾ ਸੀ, ਮੈਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਕਹਿੰਦੇ ਹੋ ਗੁਰਦਰਸ਼ਨ ਸਿੰਘ ਜੀ ਢਿੱਲੋਂ ਜਾਂ ਉਹਨਾਂ ਵਰਗੇ ਹੋਰ ਇਹ ਗੱਲ ਉਠਾ ਰਹੇ ਹੈ, ਇਸ ਕਰਕੇ ਨਹੀਂ ਕੀਤੀ ਕਿ ਉਸ ਵੇਲੇ ਗੁਰੂ ਸਾਹਿਬ ਨੂੰ ਰਾਏ ਦੇਣ ਵਾਲੇ ਢਿੱਲੋਂ ਸਾਹਿਬ ਵਰਗੇ ਹੈ ਨਹੀਂ ਸੀਗੇ ਉੱਥੇ, ਤਾਂ ਕਰਕੇ ਨਹੀਂ ਦਰਜ ਹੋਈ। ਇਹਨੇ ਤੁਹਾਨੂੰ ਜਵਾਬ ਦੇ ਦਿੰਦੇ। ਹੁਣ ਗੁਰੂ ਕੀ ਕਰ ਰਿਹਾ? ਗੁਰਬਾਣੀ ਤਾਂ ਕਹਿ ਰਹੀ ਹੈ ਨਾ, ਗੁਰ ਕਿਹਾ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਫਿਰ ਕੱਲ੍ਹ ਨੂੰ ਕਹੋਗੇ ਜੀ ਗੁਰੂ ਸਾਹਿਬ ਨੇ 5 ਪਿਆਰੇ ਕਿਉਂ ਤਿਆਰ ਕੀਤੇ, 6 ਕਿਉਂ ਨਹੀਂ ਕਰ ਦਿੱਤੇ, 4 ਕਿਉਂ ਨਹੀਂ ਕਰ ਦਿੱਤੇ? ਗੁਰੂ ਨਾਨਕ ਦੇਵ ਜੀ ਦਾ ਇੱਕ ਸੀਗਾ, 1 ਕਰ ਦਿੰਦੇ। ਇਹ ਜਿਹੜੇ ਸਵਾਲ ਹੁੰਦੇ ਆ ਨਾ ਗੁਰੂ ਨੂੰ ਕਰਨੇ ਕਿ ਉਹ ਇਹ ਕਰ ਦਿੰਦਾ ਤੇ ਇਹ ਨਾ ਕਰ ਦਿੰਦਾ, ਇਹ ਤਾਂ ਬੜੀ ਹੀ ਮੇਰਾ ਖਿਆਲ ਹੈ ਤੁਸੀਂ ਜਿਹੜਾ ਉਸ ਵੇਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਕਹਿ ਰਹੇ ਆ, ਉਹ ਲਿਖ ਰਹੇ ਆ ਉਹਦੇ ਵਿੱਚ ਕਿ ਕਹੋ ਪ੍ਰਭੂ ਸੁਪਾਖ ਹੋ, ਕਿਸੂ ਨਾ ਕਾਨ ਰਾਖ ਹੋ, ਅਬੇਕ ਬੀਜ ਬੀਜ ਹੋ, ਅਲੇਖ ਬੀਜ ਬੀਜ ਹੋ, ਅਨੇਕ ਨਾਮ ਗਾਏ ਹੋ, ਪਰਮ ਪੁਰਖ ਪਾਏ ਹਾਂ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀ ਕੀਤਾ?
ਕਿਹੜਾ ਇਨਸਾਨ ਹੈ ਜਿਹੜਾ ਸਾਹਿਬਜ਼ਾਦੇ ਵਾਰ ਦੇਵੇ, ਜਿਹੜਾ ਪਿਤਾ ਨੂੰ ਬਲੀਦਾਨ ਦੇ ਦੇਵੇ, ਜਿਹੜੇ ਪੁੱਤਰਾਂ ਦਾ ਦਾਨੀ ਹੋਵੇ, ਜਿਹੜਾ ਸਾਰਾ ਸਰਬੰਸ ਵਾਰ ਦੇਵੇ? ਉਹ ਚੋਜੀ ਪ੍ਰੀਤਮ ਹੈ। ਉਹਨਾਂ ਨੂੰ ਅਸੀਂ ਚੋਜੀ ਪ੍ਰੀਤਮ ਕਹਿੰਦੇ ਹਾਂ। ਚੋਜੀ ਪ੍ਰੀਤਮ ਦਾ ਮਤਲਬ ਹੁੰਦਾ ਹੈ ਚੋਜ ਕਰਨ ਵਾਲਾ। ਚੋਜ ਦਾ ਮਤਲਬ ਹੁੰਦਾ ਜਿਹੜੀ ਸਾਡੀ ਬੁੱਧੀ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਨ ਸਕੇ ਮਹਿਮਾ ਜੇ ਤਿਆਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੈਂ ਤਾਂ ਗੁਰੂ ਸਾਹਿਬ ਨੂੰ ਨਹੀਂ ਪੁੱਛਾਂਗਾ ਕਿ ਤੁਸੀਂ ਇਹ ਕਿਉਂ ਨਹੀਂ ਕੀਤਾ ਤੇ ਕਿਉਂ ਕੀਤਾ। ਮੈਂ ਤਾਂ ਉਸ ਨੂੰ ਮੰਨਾਂਗਾ ਜੋ ਗੁਰੂ ਨੇ ਕਿਹਾ, ਮੈਂ ਉਸ ਦੇ 'ਤੇ ਚੱਲਾਂਗਾ। ਮੈਂ ਗੁਰੂ ਨੂੰ ਸਵਾਲ ਨਹੀਂ ਕਰ ਸਕਦਾ, ਬਲਕਿ ਸਿਰਫ ਇੱਕ ਛੋਟਾ ਜਿਹਾ ਪ੍ਰਸ਼ਨ ਹੈ। ਜਨਮ ਸਾਖੀ 'ਚ ਕਹਿੰਦੇ ਆ ਜਦੋਂ ਭਾਈ ਮਰਦਾਨਾ ਜੀ ਜਦੋਂ ਮਿਲੇ ਹੈ ਰਾਏ ਬੁਲਾਰ ਜੀ ਨੂੰ, ਤੇ ਉਹਨਾਂ ਨੇ ਕਿਹਾ, ਕਹਿੰਦੇ ਕਿ ਮੈਂ ਉਹਨਾਂ ਕੋਲ ਜਾ ਆਵਾਂ। ਉਹ ਗੁਰੂ ਨਾਨਕ ਦਾ ਪਹਿਲਾ ਸਿੱਖ ਹੈ। ਤੇ ਉਹ ਰਾਏ ਬੁਲਾਰ ਕਹਿਣ ਲੱਗੇ, ਮਰਦਾਨਿਆਂ ਮੈਂ ਬੁੱਢਾ ਹੋ ਗਿਆ, ਮੈਂ ਜਾ ਨਹੀਂ ਸਕਦਾ, ਤੂੰ ਇੱਦਾਂ ਕਰ, ਨਾਨਕ ਨੂੰ ਕਹਿ ਮੈਨੂੰ ਆ ਕੇ ਮਿਲ ਜਾਏ। ਜਿਹੜਾ ਜਵਾਬ ਦਿੱਤਾ ਹੈ ਉਹ ਸਿੱਖ ਲਈ ਚਾਨਣ ਮੁਨਾਰਾ ਹੈ। ਭਾਈ ਮਰਦਾਨਾ ਜੀ ਨੇ ਕਿਹਾ, ਰਾਏ ਜੀ ਮੈਂ ਨਾਨਕ ਦੇ ਵੱਸ ਹਾਂ, ਨਾਨਕ ਮੇਰੇ ਵੱਸ ਨਹੀਂ, ਮੈਂ ਉਹਨੂੰ ਕੁਛ ਨਹੀਂ ਕਹਿ ਸਕਦਾ। ਸੋ ਤੁਸੀਂ ਮੇਰੇ ਕੋਲੋਂ ਪੁੱਛੋ ਗੁਰੂ ਜੀ ਨੇ ਇਹ ਕਿਉਂ ਨਹੀਂ ਕੀਤਾ, ਇਹ ਕਿਉਂ ਨਹੀਂ। ਹਾਂ, ਉਹਨਾਂ ਨੇ ਜੋ ਕਿਹਾ ਉਹ ਮੈਂ ਦੱਸ ਸਕਦਾ। ਉਹਦੇ 'ਤੇ ਅਸੀਂ ਚੱਲਣਾ ਹੈ ਕਿ ਨਹੀਂ ਚੱਲਣਾ, ਇਹ ਵੱਖਰੀ ਗੱਲ ਹੈ ਜੀ। ਸਾਡਾ ਸਵਾਲ ਫਿਰ ਵਿੱਚ ਹੀ ਰਹਿ ਗਿਆ ਹੈ ਕਿ ਜਿਵੇਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਆਪਾਂ ਪਾਠ ਪੜ੍ਹਦੇ ਹਾਂ, ਦਰਸ਼ਨ ਕਰਦੇ ਹਾਂ, ਵਿਚਾਰ ਕਰਦੇ ਹਾਂ, ਤੇ ਬੜਾ ਸਪਸ਼ਟ ਰੂਪ ਦੇ ਵਿੱਚ ਸਤਿਗੁਰਾਂ ਮੇਰੇ ਖਿਆਲ ਆਪਾਂ ਹੁਣ ਅਗਲਾ ਸਵਾਲ ਹੈ ਜਿਹੜਾ ਉਹ ਬ੍ਰੇਕ ਤੋਂ ਬਾਅਦ ਲੈਂਦੇ ਹਾਂ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰਨ, ਅਸੀਂ ਫਿਰ ਦੁਬਾਰਾ ਪ੍ਰੋਗਰਾਮ 1 to 1 ਦੀ ਸੰਗਤ ਦੇ ਰੂਬਰੂ ਹੋਵਾਂਗੇ। ਸੋ ਬ੍ਰੇਕ ਤੋਂ ਬਾਅਦ ਫਿਰ ਆਪ ਸੰਗਤ ਦੇ ਦਰਸ਼ਨ ਕਰਦੇ ਹਾਂ ਜੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ। ਗਲੋਬਲ ਪੰਜਾਬ ਤੇ ਕਿਸੇ ਵੀ ਤਰ੍ਹਾਂ ਦੀ ਨਿਊਜ਼, ਇਵੈਂਟ ਕਵਰੇਜ ਜਾਂ ਐਡਵਰਟਾਈਜ਼ਮੈਂਟ ਲਈ ਸੰਪਰਕ ਕਰੋ ਗਿੱਲ ਪ੍ਰਦੀਪ 6465206706। ईमेल gilpardeep11@yahoo.in। ਬ੍ਰੇਕ ਤੋਂ ਬਾਅਦ ਪ੍ਰੋਗਰਾਮ 1 to 1 ਦੇ ਵਿੱਚ ਆਪ ਜੀ ਦਾ ਫਿਰ ਸਵਾਗਤ ਹੈ। ਸੋ ਸਾਡੇ ਨਾਲ ਜੁੜੇ ਨੇ ਸਿੱਖ ਸਕਾਲਰ, ਸਿੱਖ ਚਿੰਤਕ, ਜਿਹੜੇ ਸੰਤ ਸਿਪਾਹੀ ਦੇ ਸਾਬਕਾ ਐਡੀਟਰ ਰਹਿ ਚੁੱਕੇ ਨੇ। ਸੋ ਆਓ ਅਸੀਂ ਇਹਨਾਂ ਕੋਲੋਂ ਅਗਲੇ ਵਿਚਾਰ ਜਾਣਦੇ ਹਾਂ ਕਿ ਇਹ ਵੀ ਗੱਲ ਸਿੱਖ ਸਫਾ ਦੇ ਵਿੱਚ ਬੜੇ ਵੱਡੇ ਰੂਪ ਦੇ ਵਿੱਚ ਪੱਧਰ ਕੇ ਸਾਹਮਣੇ ਆ ਰਹੀ ਹੈ ਕਿ ਇਹ ਅੰਗਰੇਜ਼ਾਂ ਦਾ ਥੋਪਿਆ ਹੋਇਆ ਗ੍ਰੰਥ ਹੈ। ਤਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਇਹ ਜਿਹੜੀ ਗੱਲ ਹੈਗੀ ਹੈ ਨਾ, ਜਿਨ੍ਹਾਂ ਨੇ ਕਹੀ ਹੈਗੀ ਹੈ, ਉਹਨਾਂ ਨੇ ਕਿਹਾ ਕਿ 1849 ਤੋਂ ਬਾਅਦ ਇਹ ਅੰਗਰੇਜ਼ ਆਏ, ਉਸ ਤੋਂ ਬਾਅਦ ਉਹਨਾਂ ਨੇ ਇਹ ਗ੍ਰੰਥ ਜਿਹੜਾ ਲੈ ਕੇ ਆਂਦਾ। ਇਹਨੂੰ ਹੋਰ ਵੀ ਕਈਆਂ ਨੇ ਲਿਖ ਦਿੱਤਾ ਕਿ ਇਹ 1900 ਦੇ ਵਿੱਚ ਆਇਆ। ਫਿਰ ਇੱਕ ਨੇ ਲਿਖ ਦਿੱਤਾ ਜਿਹਦੇ 'ਚ ਨੀਅਰ ਲਫ਼ਜ਼ ਆਇਆ, ਇਹਦੇ 'ਚ ਅੰਗਰੇਜ਼ੀ ਲਫ਼ਜ਼ ਆਇਆ। ਸੋ ਇਹ ਬੜੀਆਂ ਹੀ ਹਾਸੋਹੀਣੀਆਂ ਔਰ ਬੜੀਆਂ ਹਲਕੀਆਂ ਜੀਆਂ ਦਲੀਲਾਂ ਹੈਗੀਆਂ ਕਿ ਜੇਕਰ ਜਿਹੜਾ ਇਸ ਗ੍ਰੰਥ ਦੀ ਜਿਵੇਂ ਦੱਸਿਆ ਉਹਦੇ 'ਚ ਤਰੀਕਾਂ ਹੈਗੀਆਂ, ਗੁਰੂ ਸਾਹਿਬ ਦੇ ਸਮਕਾਲੀਨ ਜਿੰਨੇ ਹੈਗੇ ਆ, ਭਾਵੇਂ ਉਹ ਛੇਬਰ ਹੈਗੇ ਆ, ਭਾਵੇਂ ਉਹ ਕੰਕਣ ਕਵੀ ਹੈਗੇ ਆ, ਭਾਵੇਂ ਉਹ ਸੈਨਾਪਤੀ ਹੈਗੇ ਆ, ਔਰ ਗੁਰੂ ਸਾਹਿਬ ਦੇ ਉਹ ਸਾਰੇ ਹਵਾਲੇ ਜਿਹੜੇ ਉਸ ਵੇਲੇ ਦੇ ਉਹਨਾਂ ਦੀ ਆਪਣੀ ਕਲਮ 'ਚੋਂ, ਔਰ ਉਹ ਸਾਰੇ ਦੇ ਸਾਰੇ ਉਹਦੇ ਵਿੱਚ ਦਰਜ ਹੈਗੇ ਆ। ਅੰਗਰੇਜ਼ਾਂ ਦਾ ਹਵਾਲਾ ਹੈ, ਅੰਗਰੇਜ਼ ਜਿਹੜੇ ਆਏ ਆ ਉਹਨਾਂ ਦਾ ਹਵਾਲਾ ਜ਼ਰੂਰ ਹੈਗਾ। 1800 ਦੇ ਵਿੱਚ ਕਰਫਰਡ ਨਾਂ ਦਾ ਇੱਕ ਅੰਗਰੇਜ਼ ਆਇਆ, ਉਸਨੇ ਆ ਕੇ ਦੱਸਿਆ ਕਿ ਅਕਾਲ ਤਖਤ ਸਾਹਿਬ ਦੇ ਸਾਹਮਣੇ 2 ਗ੍ਰੰਥਾਂ ਦਾ ਪ੍ਰਕਾਸ਼ ਹੈ, ਉੱਥੇ ਗੁਰਮਤਾ ਪਾਸ ਕੀਤਾ ਜਾ ਰਿਹਾ, ਔਰ ਉਹ ਉਸਨੇ ਪੂਰਾ ਵੇਰਵਾ ਦਿੱਤਾ ਹੈ ਕਿ ਉਹਦੇ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਤੇ 10ਵੇਂ ਪਾਤਸ਼ਾਹ ਕਾ ਗ੍ਰੰਥ ਦਾ ਰੋਜ਼ ਪਾਠ ਕਰਨਾ ਹੈ। ਇਹ ਉਹਨੇ ਕਰਫਰਡ ਨੇ 1800 ਦੇ ਵਿੱਚ ਲਿਖਿਆ। ਉਹਦੇ ਬਾਅਦ ਮੈਲਕਮ ਆਉਂਦਾ 8 ਸਾਲ ਬਾਅਦ, ਜਿਹੜਾ ਕਿ ਕਮਿਸ਼ਨਰ ਰਿਹਾ, ਜਿਹੜਾ ਗਵਰਨਰ ਰਿਹਾ ਗਵਾਲੀਅਰ ਦਾ, ਉਸਨੇ ਪੂਰਾ ਹਵਾਲਾ ਦਿੱਤਾ ਹੈ ਕਿ ਸਿੱਖ ਕਿਵੇਂ ਗੁਰਮਤਾ ਕਿਵੇਂ ਕਰਦੇ ਹੈ ਔਰ ਦੋਨੋਂ ਗ੍ਰੰਥਾਂ ਦੀ ਮੌਜੂਦਗੀ ਵਿੱਚ ਕਰਦੇ ਹੈ। ਫਿਰ ਉਹਦੇ ਬਾਅਦ ਵਿਲਕਿਨਸਨਸ ਹੈਗਾ ਜਿਹੜਾ ਤਕਰੀਬਨ 1837 ਵਿੱਚ ਪਟਨਾ ਸਾਹਿਬ ਗਿਆ, ਉੱਥੇ ਉਹਦਾ ਹਵਾਲਾ ਉਹਨੇ ਸਾਰਾ ਦਿੱਤਾ ਹੈ। ਇਹ ਅੰਗਰੇਜ਼ਾਂ ਦੇ ਆਉਣ ਤੋਂ ਬਹੁਤ ਪਹਿਲੇ ਦਾ ਹੈਗਾ, ਪੰਜਾਬ ਆਉਣ ਤੋਂ। ਉਹ ਕਹਿੰਦਾ ਉੱਥੇ ਵੀ ਜਿਹੜਾ ਹੈਗਾ ਇਹ 10ਮ ਗ੍ਰੰਥ ਦਾ ਪ੍ਰਕਾਸ਼ ਹੁੰਦਾ, ਉਹਦੇ ਵਿੱਚੋਂ ਵੀ ਪਾਠ ਇਹ ਕਰਦੇ ਹੈਗੇ ਆ। ਸੋ ਇਹ ਕਹਿ ਦੇਣਾ, ਔਰ ਉਹਦਾ ਕੋਈ ਜੇ ਇਤਿਹਾਸਕਾਰ ਹੈ, ਮੇਰੀ ਬੇਨਤੀ ਹੈ ਜੇ ਕੋਈ ਐਸਾ ਇਤਿਹਾਸਕਾਰ ਹੋਣ ਦਾ ਦਾਅਵਾ ਕਰਦਾ ਉਹ ਜ਼ਰੂਰ ਹਵਾਲਾ ਦੇਵੇ। ਕੇਵਲ ਹਵਾ ਦੇ ਵਿੱਚ ਕਰ ਦੇਣ ਦਾ ਉਹ ਹਾਸੋਹੀਣੀ ਜੀ ਗੱਲ ਹੈ। ਸਾਹਿਬ ਅਗਲਾ ਸਾਡਾ ਸਵਾਲ ਹੈ, ਤੁਸੀਂ ਗੱਲ ਕੀਤੀ ਹੈ ਕਿ 2 ਗ੍ਰੰਥਾਂ ਦਾ ਪ੍ਰਕਾਸ਼ ਹੈ, ਕੀ ਸੱਚੀ ਮੁੱਚੀ ਹੌਲੀ ਹੌਲੀ ਜਿਵੇਂ RSS ਦੀ ਗੱਲ ਆ ਰਹੀ ਹੈ, ਅੰਗਰੇਜ਼ਾਂ ਦੀ ਗੱਲ ਆ ਰਹੀ ਹੈ,
ਅਸੀਂ ਉਸੇ ਪਾਸੇ ਤਾਂ ਨਹੀਂ ਵੱਧ ਰਹੇ ਕਿ ਗੁਰੂ ਗ੍ਰੰਥ ਸਾਹਿਬ ਦਾ ਕੋਈ ਨਵਾਂ ਸ਼ਰੀਕ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ? ਅਕਾਲ ਤਖਤ ਸਾਹਿਬ ਦੇ ਉੱਤੇ ਵੀ 17 ਦਸਮ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ ਪਏ ਹੈ, ਜਿਨ੍ਹਾਂ 'ਚ ਸੁਨਹਿਰੀ ਸਰੂਪ ਵੀ ਹੈਗੇ ਆ। ਹਰ ਤਖਤ ਦੇ ਉੱਤੇ ਦਸਮ ਗ੍ਰੰਥ ਦਾ ਪ੍ਰਕਾਸ਼ ਹੁੰਦਾ ਰਿਹਾ। ਈਵਨ ਜਦੋਂ ਵੀ ਥਾਂ ਦੇ ਉੱਤੇ ਦਸਮ ਬਾਣੀ ਦਾ ਪ੍ਰਕਾਸ਼ ਰੋਜ਼ ਹੁੰਦਾ ਹੈ, ਪਰ ਕਿਧਰੇ ਵੀ ਕਿਸੇ ਜਗ੍ਹਾ ਦੇ ਵਿੱਚ ਵੀ ਸਾਰੀ ਦੁਨੀਆ ਦੇ ਵਿੱਚ ਕਿੱਥੇ ਵੀ ਹੈਗਾ, ਕਿਸੇ ਵੀ ਗੁਰਦੁਆਰੇ ਦੇ ਵਿੱਚ ਸਿੱਖ ਰਹਿਤ ਮਰਿਆਦਾ ਵਿੱਚ ਵੀ ਸਪਸ਼ਟ ਤੌਰ ਦੇ ਉੱਤੇ ਅੰਕਿਤ ਹੈ ਕਿ ਚੰਵਰ ਛਤਰ ਦੇ ਮਾਲਕ ਜਿਹੜਾ ਗੁਰਦੁਆਰੇ ਦੇ ਵਿੱਚ ਮੁੱਖ ਪ੍ਰਕਾਸ਼ ਹੈਗਾ, ਤਖਤਾਂ ਨੂੰ ਛੱਡ ਕੇ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਸ੍ਰੀ ਅਕਾਲ ਤਖਤ ਸਾਹਿਬ, ਕੇਸਗੜ੍ਹ ਸਾਹਿਬ, ਪਟਨਾ ਸਾਹਿਬ, ਹਜ਼ੂਰ ਸਾਹਿਬ, ਦਮਦਮਾ ਸਾਹਿਬ, ਤੁਹਾਡੇ ਸਾਹਮਣੇ ਅਕਾਲ ਤਖਤ ਸਾਹਿਬ ਦਰਸ਼ਨ ਕਰੋਗੇ, ਸਾਹਮਣੇ ਸਿੰਘਾਸਨ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ, ਉੱਥੇ ਸ਼ਸਤਰਾਂ ਦਾ ਪ੍ਰਕਾਸ਼ ਹੈ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਥਾਨ ਹੈ, ਉਹਨਾਂ ਦੇ ਨਾਲ ਥੱਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਗੁਰੂ ਗ੍ਰੰਥ ਸਾਹਿਬ ਦੀ ਸੁਪਰਮੇਸੀ ਜਿਹੜੀ ਹੈ ਖਾਲਸੇ ਲਈ ਹੈ, ਪਰ ਨਾਲ ਹੀ ਸਿੱਖ ਰਹਿਤ ਮਰਿਆਦਾ 'ਚ ਇਹ ਵੀ ਲਿਖਿਆ ਕਿ 10 ਗੁਰੂ ਸਾਹਿਬਾਨ ਦੀ ਬਾਣੀ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਬਸਟੀਟਿਊਟ ਨਹੀਂ ਦਿੱਤਾ। ਦਸਮ ਉਹਦੇ 'ਚ ਰਹਿਤ ਮਰਿਆਦਾ ਨੇ ਸਾਫ਼ ਲਿਖਿਆ ਕਿ ਸਿੱਖ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨੇ। ਸਿੱਖ ਉਹ ਹੈ, ਗੁਰਬਾਣੀ ਦਾ ਕੀਰਤਨ ਲਿਖਿਆ 10 ਗੁਰੂ ਸਾਹਿਬਾਨ ਦੀ ਬਾਣੀ ਦਾ ਕੀਰਤਨ। ਔਰ ਸਭ ਤੋਂ ਵੱਡੀ ਗੱਲ ਹੈ, ਸਿੱਖ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਨੂੰ ਆਪਣਾ ਇਸ਼ਟ ਔਰ ਮੁਕਤੀ ਦਾਤਾ ਮੰਨੇ। ਅੱਜ ਤੱਕ ਦੇ ਇਤਿਹਾਸ ਵਿੱਚ, ਸਿੱਖ ਕੌਮ ਦੇ ਇਤਿਹਾਸ ਵਿੱਚ ਇੱਕ ਵੀ ਮੂਰਖ ਬੰਦਾ ਐਸਾ ਖੜਾ ਨਹੀਂ ਹੋਇਆ ਜਿਹੜਾ ਇਹ ਕਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਥਾਂ ਦੇ ਉੱਤੇ ਦਸਮ ਗ੍ਰੰਥ ਸਾਹਿਬ ਆ ਸਕਦਾ। ਹਾਂ, ਇੱਕ ਗਰੁੱਪ ਕਹਿ ਰਿਹਾ, ਉਹ ਗਰੁੱਪ ਹੈਗਾ ਨਾਮਧਾਰੀਆਂ ਦਾ। ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣ ਲਈ ਤਿਆਰ ਨਹੀਂ ਹੈਗੇ। ਉਹ ਜਿਹੜੇ ਹੈ ਉਹ ਕਹਿੰਦੇ ਕਿ ਇਹ ਜਿਹੜਾ ਦਸਮ ਗ੍ਰੰਥ ਹੈ ਇਹੀ ਗੁਰੂ ਗ੍ਰੰਥ ਸਾਹਿਬ ਹੈ, ਇਹੀ ਗੁਰੂ ਗ੍ਰੰਥ ਸਾਹਿਬ ਹੈ। ਉਹ ਇਹ ਜਿਹੜਾ ਪ੍ਰਚਾਰ ਹੈਗਾ, ਇਸ ਨੂੰ ਸਮਝਣ ਦੀ ਲੋੜ ਹੈ ਕਿ ਉਹ ਕਿੱਥੇ ਹੋ ਰਿਹਾ। ਅਦਰਵਾਈਜ਼ ਦੁਨੀਆ 'ਚ ਨਾ ਕਿਸੇ ਦੀ ਤਾਕਤ ਹੈ, ਨਾ ਕਿਸੇ ਨੇ ਕਿਹਾ ਤੇ ਨਾ ਕੋਈ ਕਹਿ ਸਕਦਾ ਹੈਗਾ। ਪਰ ਜਿਵੇਂ ਪਿਛਲੇ ਦਿਨੀ ਮੋਦੀ ਦੀ ਵੀ ਸਟੇਟਮੈਂਟ ਆਈ ਹੈ, ਹੋਰ ਬਹੁਤ ਸਾਰੀਆਂ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ। ਤੁਹਾਡਾ ਇਹ ਸਾਰੇ ਪੱਖ ਤੋਂ ਕੀ ਨਜ਼ਰੀਆ ਹੈਗਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੋਦੀ ਨੇ ਜਿਸ ਤਰੀਕੇ ਨਾਲ ਕਿਹਾ, ਜਿਸ ਢੰਗ ਨਾਲ ਕਿਹਾ ਕਿ ਗੋਬਿੰਦ ਰਾਮਾਇਣ ਲਿਖੀ, ਉਹਨੇ ਇਹ ਕਿਹਾ ਗੋਬਿੰਦ ਰਾਮਾਇਣ ਲਿਖੀ। ਗੁਰੂ ਸਾਹਿਬ ਨੇ ਗੋਬਿੰਦ ਰਾਮਾਇਣ ਨਹੀਂ ਲਿਖੀ, ਉਹਨਾਂ ਨੇ ਰਾਮਾਵਤਾਰ ਲਿਖਿਆ, ਕ੍ਰਿਸ਼ਨਾ ਅਵਤਾਰ ਲਿਖਿਆ। ਉਹਨਾਂ ਨੇ 24 ਅਵਤਾਰਾਂ ਦੀ ਕਥਾ ਕੀਤੀ ਹੈ। ਔਰ ਉਹਦੇ ਵਿੱਚ ਉਹਨਾਂ ਨੇ ਲਿਖਿਆ, ਜਦੋਂ ਰਾਮਾਵਤਾਰ ਲਿਖ ਰਹੇ ਆ ਨਾ, ਤੁਸੀਂ ਧਿਆਨ ਨਾਲ ਪੜ੍ਹੋ, ਉਹ ਜਿਹੜਾ ਰਾਮਾਵਤਾਰ ਗੁਰੂ ਗੋਬਿੰਦ ਸਿੰਘ ਸਾਹਿਬ ਲਿਖ ਰਹੇ ਆ, ਉਹਨੂੰ ਕਨਕਲੂਡ ਕਰ ਰਹੇ ਆ। ਕਨਕਲੂਡ ਕਿੱਥੇ ਕਰ ਰਹੇ ਹੈ? ਰਾਮ ਤੇ ਰਾਵਣ ਦੀ ਲੜਾਈ ਬੜੀ ਵਧੀਆ ਹੋਈ, ਬਹੁਤ ਵਧੀਆ ਲੜਾਈ ਹੋਈ, ਪਰ ਰਾਮ ਤੇ ਰਾਵਣ ਦੇ ਵਿੱਚੋਂ ਸਾਧ ਕਿਹੜਾ ਹੈ, ਅਸਾਧ ਕਿਹੜਾ ਹੈ, ਇਹ ਵਿਵਾਦ ਦਾ ਵਿਸ਼ਾ। ਮੈਂ ਝਗੜੇ 'ਚ ਨਹੀਂ ਪੈਂਦਾ। ਗੁਰੂ ਸਾਹਿਬ ਕਹਿ ਰਹੇ ਹੈ, ਸਾਧ ਅਸਾਧ ਜਾਨੋ ਨਹੀਂ, ਬਾਤ ਸੁਬਾਦ ਵਿਵਾਦ, ਗ੍ਰੰਥ ਸਕਲ ਪੂਰਨ ਕੀ ਉਹ ਭਗਵਤ ਕਿਰਪਾ ਪ੍ਰਸਾਦ। ਅਗਲੀ ਲਾਈਨ ਹੈ, ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ कहूँ आँख तेरे नहीं आन्यो, राम रहीम पुराण कुरान अनेक कहें मत एक न मान्यो, सीरियस पान किरपा तुमरी कर मैं न कहो सब तोहे बखान्यो। जे कृष्णा अवतार लिख रहे है, कह रहे है मैं ना गणेशे प्रथम मनाऊँ, कृष्ण विष्ण कबहू नहीं त्याऊँ। जेकर शिव की गल कर रहे है तो ਉਹਦੇ ਵਿੱਚ ਕਹਿ ਰਹੇ ਹੈ एक शिव भय एक गए एक फेर भोए। ਉਹਦੇ 'ਚ ਕਹਿ ਰਹੇ ਹੈ ਦੇਵ ਦੇਵਤਾਨ ਕੋ ਮਹੇਸ਼ ਗੰਗਧਾਨ ਕੋ, ਜਿਹਨੇ ਸਿਰ 'ਚ ਗੰਗਾ ਧਾਰਨ ਕੀਤੀ, ਜਿਹਨੂੰ ਸ਼ਿਵ ਕਹੀ ਜਾਂਦੇ, ਉਹਦਾ ਮਹੇਸ਼ ਵਾਹਿਗੁਰੂ ਹੈਗਾ। ਉਹ ਤਾਂ ਕਹਿ ਰਹੇ ਹੈ ਸ਼ਿਵ ਦੀ ਪੂਜਾ ਕਰਨ ਵਾਲੇ ਕਹਿ ਰਹੇ ਹੈ, ਕਹਿੰਦੇ ਮਾਟੀ ਕੇ ਲਿੰਗ ਬਣਾਏ ਕੇ ਪੂਜਤ ਤੋ ਮੈਂ ਕਹੋ ਤੁਮ ਕਾਸਿਤ ਪਾਈ, ਜੋ ਨਿਰਜੋਤ ਭਇਓ ਜਗ ਭੀਤਰ ਤਾਹੀ ਕੇ ਆਗੇ ਲੈ ਜੋਤ ਜਗਾਈ। ਜੇ ਤੁਹਾਨੂੰ ਇਹ ਖਦਸ਼ਾ ਨਾ, ਜਿਹੜੇ ਬੰਦੇ ਇਹਨੂੰ ਹੱਥ ਲਾ ਕੇ ਕਹਿ ਦੇਣਗੇ ਕਿ ਇਹ ਹੈਗਾ, ਉਹਨਾਂ ਨੂੰ ਇੱਕ ਓਪਨ ਜੀ ਤੁਸੀਂ ਬੇਨਤੀ ਕਰੋ ਕਿ ਇਹ ਜਿਹੜੀ ਦਸਮ ਪਾਤਸ਼ਾਹ ਦੀ ਬਾਣੀ ਹੈ, ਰਾਮਾ ਅਵਤਾਰ ਹੈ, ਕ੍ਰਿਸ਼ਨਾ ਅਵਤਾਰ ਹੈ, 24 ਅਵਤਾਰ ਹੈ, ਇਹ ਇੱਕ ਵਾਰ ਉਹਨੂੰ ਛਾਪ ਦੇਣ ਆਪਣੇ ਸਰਕਾਰੀ ਪੱਧਰ ਦੇ ਉੱਤੇ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈਗੀ ਹੈ। ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਰੇ ਦਾ ਸਾਰਾ ਆਸ਼ਾ ਜਿਹੜਾ, ਇੱਕ ਛੋਟਾ ਜਿਹਾ ਨੁਕਤਾ ਤੁਸੀਂ ਦੇਖੋ, ਹਿੰਦੂ ਸੰਸਕ੍ਰਿਤੀ ਦੇ ਵਿੱਚ ਹੈਗਾ ਕਿ ਜਦੋਂ ਧਰਤੀ ਨੂੰ ਲੋੜ ਪੈਂਦੀ ਹੈ ਤਾਂ ਉਹ ਧਰਤੀ ਪੁਕਾਰ ਕਰਦੀ ਹੈ, ਵਿਸ਼ਨੂੰ ਅਵਤਾਰ ਧਾਰਦਾ ਹੈ। ਗੁਰੂ ਸਾਹਿਬ ਨੇ ਉਸ਼ਟ ਲਸ਼ਟਿਕਾ ਅਲੰਕਾਰ ਹੁੰਦਾ ਹੈ ਕਿ ਊਂਠਾਂ ਵਾਲੇ ਲੱਕੜਾਂ ਲੱਦ ਕੇ ਲਿਜਾਂਦੇ ਆ, ਜਦੋਂ ਊਂਠ ਰੁਕ ਜਾਣ ਇੱਕ ਲੱਕੜ ਖਿੱਚਦੇ ਆ, ਠੋਕਦੇ ਆ, ਫਿਰ ਲੱਕੜ ਵਾਪਸ ਪਾ ਦਿੰਦੇ। ਗੁਰੂ ਸਾਹਿਬ ਨੇ ਇਹਨਾਂ ਦੀਆਂ ਕਹਾਣੀਆਂ ਕੱਢੀਆਂ, ਉਹਦੇ 'ਚ ਲਿਖਿਆ ਕਿ ਧਰਤੀ ਨੇ ਪੁਕਾਰ ਕੀਤੀ, ਵਿਸ਼ਨੂੰ ਕੋਲ ਗਈ। ਹਿੰਦੂਇਜ਼ਮ ਵਿੱਚ ਵਿਸ਼ਨੂੰ ਆ ਜਾਂਦਾ ਥੱਲੇ, ਪਰ ਉੱਥੇ ਨਹੀਂ ਆਉਂਦਾ। ਉੱਥੇ ਵਿਸ਼ਨੂੰ ਕਹਿੰਦਾ ਆਓ ਕਾਲ ਪੁਰਖ ਕੋਲ ਚੱਲੀਏ, ਵਾਹਿਗੁਰੂ ਕੋਲ ਚੱਲੀਏ। ਵਾਹਿਗੁਰੂ ਦੇ ਆਦੇਸ਼ ਦੇ ਉੱਤੇ ਤੁਸੀਂ ਰੋਜ਼ ਪੜ੍ਹਦੇ ਹੋ, ਕਾਲ ਪਾਏ ਬ੍ਰਹਮਾ ਬਵਧਾਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਗਾਸਾ। ਗੋਕਲ ਚੰਦ ਨਾਰੰਗ ਆਰੀਆ ਸਮਾਜੀ ਹੈ, ਐਂਟੀ ਸਿੱਖ ਹੈ, ਮਗਰ ਉਹ ਕੀ ਲਿਖ ਰਿਹਾ? ਉਹ ਕਹਿੰਦਾ ਹੈ ਕਿ ਮੈਂ ਹੈਰਾਨ ਹਾਂ ਕਿ
ਹਿੰਦੂ ਮਾਨਸਿਕਤਾ ਦੇ ਵਿੱਚ ਕ੍ਰਿਸ਼ਨ ਔਰ ਰਾਮ ਨੂੰ ਡਿਵਿਨਿਟੀ ਸੀ, ਭਗਵਾਨ ਕਰਕੇ ਮੰਨਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਧਰਤੀ ਦੇ ਉੱਤੇ ਲੈ ਆਂਦਾ। ਉਹਨਾਂ ਨੇ ਕਿਹਾ ਕਿ ਇਹ ਰੋਵੇ ਰਾਮ ਨਿਕਾਲਾ ਭਇਆ ਆਮ ਇਨਸਾਨ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀ ਕੀਤਾ? ਕਹਿੰਦੇ ਰਾਮ ਔਰ ਕ੍ਰਿਸ਼ਨ ਵਰਗੇ ਕਰੋੜਾਂ ਕੀੜੇ ਵਾਹਿਗੁਰੂ ਨੇ ਪੈਦਾ ਕੀਤੇ। ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ। ਉਹਨਾਂ ਕਿਸੇ ਵੀ ਦੇਵੀ ਦੇਵਤਾ ਪੀਰ ਪੈਗੰਬਰ ਜਿੰਨੇ, ਈਵਨ ਔਰੰਗਜ਼ੇਬ ਦੀ ਵੀ ਉਹਨਾਂ ਨੇ ਇਤਿਹਾਸ ਲਿਖਦਿਆਂ ਉਹਨਾਂ ਦੀ ਉਸਤਤ ਕੀਤੀ ਹੈ ਕਈ ਥਾਵਾਂ ਦੇ ਉੱਤੇ, ਪਰ ਉਹਨਾਂ ਨੇ ਸਤੁਤੀ ਨਹੀਂ ਕੀਤੀ। ਸਤੁਤੀ ਕਰੀ ਹੈ ਉਹਨਾਂ ਨੇ ਸਾਫ਼ ਕਿਹਾ ਏਕ ਬਿਨਾ ਮਨ ਨੈਕ ਨ ਆਨੇ। ਕਾਫੀ ਕੁਝ ਇਸ ਗੱਲ ਤੋਂ ਸਾਨੂੰ ਸਮਝ ਆਇਆ ਹੈ, ਪਰ ਮੇਰਾ ਅਖੀਰਲਾ ਸਵਾਲ ਹੈ, ਮੈਂ ਵਾਰ-ਵਾਰ ਇਸੇ ਗੱਲ ਦੇ ਉੱਤੇ ਫੋਕਸ ਕਰ ਰਿਹਾ ਕਿ ਤੁਸੀਂ ਪਹਿਲਾਂ ਵੀ ਆਪਣੀ ਗੱਲ ਦੇ ਵਿੱਚ ਇਹ ਗੱਲ ਕਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਹੈ। ਜਿਹੜਾ ਚੌਰ ਸਾਹਿਬ ਹੈ, ਹੁਕਮਨਾਮਾ ਹੈ, ਚੰਦੋਆ ਸਾਹਿਬ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਲਈ ਰਾਖਵਾਂ ਹੈ। ਮੈਂ ਜਿਹੜਾ ਸਾਡੇ ਚੈਨਲ ਦੇ ਜਿਹੜੀ ਸੰਗਤ ਤੋਂ ਆਪ ਜੀ ਨੂੰ ਸਰਵਣ ਕਰ ਰਹੀ ਹੈ, ਮੈਂ ਆਪ ਜੀ ਦੇ ਪੱਖ ਤੋਂ ਜਾਣਨਾ ਚਾਹੁੰਦਾ ਕਿ ਗਹਿਰਾਈ ਦੇ ਨਾਲ, ਮੇਰੀ ਨਿਗਾਹ ਦੇ ਨਾਲ ਜੇ ਅਸੀਂ ਵਾਚੀਏ ਤੇ ਕੁਝ ਲੋਕ ਕਿਸ ਪੱਧਰ ਤੇ ਉਹਨੂੰ ਪ੍ਰਮੋਟ, ਕਿ ਤੁਸੀਂ ਕੀ ਸਮਝਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੇ ਤੁਲ ਜਾਂ ਸਿੱਖ ਮਾਨਸਿਕਤਾ ਦੇ ਵਿੱਚ ਜਿਹੜਾ ਅਦਬ ਗੁਰੂ ਗ੍ਰੰਥ ਸਾਹਿਬ ਦਾ ਹੈ, ਕੀ ਉਹ ਕੋਈ ਹੋਰ ਲੈ ਸਕਦਾ ਹੈ? ਇਹਦੇ 'ਚ ਇੱਕ ਛੋਟਾ ਜਿਹਾ ਜਵਾਬ ਹੈ ਕਿ ਜਿਹੜੇ ਦਸਮ ਗ੍ਰੰਥ ਦਾ ਪਾਠ ਕਰਦੇ ਹੈ ਨਾ, ਪ੍ਰਕਾਸ਼ ਕਰਕੇ ਜਿਹੜਾ ਪਾਠ ਕਰਨਾ ਹੈ, ਕਿਉਂਕਿ ਗ੍ਰੰਥ ਹੈ ਵੱਡਾ 1428 ਪੰਨੇ ਦਾ, ਜੇ ਉਸ ਦਾ ਪਾਠ ਕਰਨਾ ਹੈ ਕੁਦਰਤੀ ਤੌਰ 'ਤੇ ਹੱਥ 'ਚ ਫੜ ਕੇ ਕਿਤਾਬ ਡਾਇਰੀ ਵੰਗਣ ਨਹੀਂ ਹੋਏਗਾ ਕਿ ਮੈਂ ਪੜ੍ਹ ਕੇ ਕਰ ਲਵਾਂ। ਉਹਦੇ ਲਈ ਨੈਚੁਰਲੀ ਉਸ ਦਾ ਪੰਘੂੜਾ ਹੋਏਗਾ, ਉਹਦੇ 'ਤੇ ਰੁਮਾਲਾ ਹੋਏਗਾ। ਜੇ ਜਾਪ ਸਾਹਿਬ ਗੁਟਕੇ ਦੇ ਵਿੱਚ ਹੈਗਾ, ਉਹਦਾ ਵੀ ਅਦਬ ਕੀਤਾ ਜਾਂਦਾ ਹੈ। ਸਵਈਏ ਦਾ, ਅਰਦਾਸ ਦਾ, ਬਾਣੀ ਦਾ ਅਦਬ ਹੈ, ਕਿਉਂਕਿ ਜਦ ਗੁਰੂ ਸਾਹਿਬਾਨ ਦੀ ਬਾਣੀ ਹੈ। ਹੁਣ ਇੱਕ ਚੀਜ਼ ਹੈ, ਖਤਰਾ ਉਦਣ ਆਏਗਾ, ਖਤਰਾ ਉਦਣ ਸਮਝਣਾ ਗਿਆਨੀ ਜੀ, ਜਿਸ ਦਿਨ ਕਿਸੇ ਕਮਰੇ ਦੇ ਵਿੱਚ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਦਿੱਤਾ ਜਾਏ, ਇਹਦਾ ਮਤਲਬ ਹੋ ਗਿਆ ਕਿ ਇਹ ਉਹਦੇ ਬਰਾਬਰ ਹੋ ਗਿਆ, ਮੁਕਾਬਲੇ ਤੇ ਉੱਤੇ ਆ ਗਿਆ ਕਿ ਹੁਣ ਉਹਨੂੰ ਮੱਥਾ ਟੇਕਣਗੇ। ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਦੀ ਮਰਿਆਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹਦਾ ਪਾਠ ਕੀਤਾ ਜਾਏ। ਯਾਨੀ ਬਾਪ ਦੀ ਹਾਜ਼ਰੀ ਦੇ ਵਿੱਚ ਕੋਈ ਵੀ ਬੱਚਾ ਜਿਹੜਾ ਪੜ੍ਹ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਬਿਨਾਂ ਇਹਦਾ ਪ੍ਰਕਾਸ਼ ਹੋ ਹੀ ਨਹੀਂ ਸਕਦਾ। ਇਸ ਕਰਕੇ ਇਹ ਬਿਲਕੁਲ ਇਹਦੇ 'ਤੇ ਕਲਗੀਆਂ ਵਾਲਾ ਸਮਰੱਥ ਹੈ। ਜੇ ਆਪਣੇ ਬਾਣੇ ਦਾ, ਆਪਣੀ ਬਾਣੀ ਦਾ, ਆਪਣੇ ਖਾਲਸੇ ਦਾ ਉਹਨਾਂ ਦਾ ਹੁਕਮ ਹੈ ਕਿ ਪੰਥ ਖਾਲਸਾ ਖੇਤੀ ਮੇਰੀ ਹੋਂ ਸੰਭਾਲ ਕਰੋ ਤਿਸ ਕੇਰੀ ਜੀ। ਸੋ ਇਹ ਸਨ ਲਾਂਬਾ ਜੀ ਜਿਨ੍ਹਾਂ ਦੇ ਵਿਚਾਰ ਆਪ ਜੀ ਨੇ ਸਰਵਣ ਕੀਤੇ ਨੇ। ਸੋ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਨਮੁਖ ਕਿ ਜਿਸ ਹਾਲਾਤ ਦੇ ਵਿੱਚ ਅੱਜ ਕੌਮ ਪਸਰ ਰਹੀ ਹੈ, ਅਸੀਂ ਆਪਣੀ ਜਿਹੜੀ ਗੁਰਮਤਿ ਗਾਡੀ ਰਾਹ ਦੇ ਪਾਂਡੀ ਬਣ ਕੇ ਇਸ ਗੱਡੀ ਨੂੰ ਕਿਤੇ ਕਿਨਾਰੇ ਲਾ ਸਕਾਂਗੇ। ਇੰਨਾ ਕੁਝ ਕਹਿੰਦਾ ਹੋਇਆ ਦਾਸਰੇ ਖਿਮਾ ਜਾਚਨਾ ਕਰਦੇ ਨੇ। ਸਾਰੇ ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।